कि जे ਆਪਾਂ ਕਰਦੇ ਹਾਂ ਪੇਂਡੂ ਇਲਾਕੇ 'ਚ ਕਾਰੋਬਾਰ ਆਪਾਂ ਨੂੰ ਸਬਸਿਡੀ ਮਿਲਦੀ ਹੈ 35% ਦੀ। ਫੋਰ ਐਗਜ਼ਾਮਪਲ ਜੇ ਮੈਂ ਲਾ ਕੇ ਚੱਲਦਾ 25 ਲੱਖ ਦਾ ਟੋਟਲ ਪ੍ਰੋਜੈਕਟ ਕਾਸਟ ਹੈ। ਇਹਦੇ ਵਿੱਚ ਇੱਕ ਆਧਾਰਾ ਸੈੱਟ ਹੈ ਕਿ ਟੋਟਲ ਪ੍ਰੋਜੈਕਟ ਕਾਸਟ ਥੋੜੀ 25 ਲੱਖ ਹੋ ਸਕਦੀ ਹੈ। ਇਹਦੇ ਵਿੱਚ ਕਵਰ ਕੀ ਹੋ ਸਕਦਾ ਹੈ, ਬਿਲਡਿੰਗ ਦਾ ਪਾਰਟ, ਮਸ਼ੀਨਰੀ ਦਾ ਪਾਰਟ ਤੇ ਵਰਕਿੰਗ ਕੈਪੀਟਲ ਜਿਹੜੀ ਆਪਾਂ ਨੂੰ ਕੱਚੇ ਮਾਲ ਖਰੀਦਣ ਲਈ ਚਾਹੀਦੀ ਹੈ। ਜੇ 25 ਲੱਖ ਦਾ ਪ੍ਰੋਜੈਕਟ ਲਾਉਂਦੇ ਹਾਂ ਆਪਾਂ ਨੂੰ 35% ਮਤਲਬ 8,75,000 ਦੀ ਸਰਕਾਰ ਸਬਸਿਡੀ ਦਿੰਦੀ ਹੈ। ਇਹਦੇ ਵਿੱਚ ਸਾਡਾ ਇੱਥੇ ਦਾ ਮਲੇਰਕੋਟਲਾ ਐਕਸਪੀਰੀਅੰਸ ਤਾਂ ਬਹੁਤ ਵਧੀਆ ਹੈ ਕਿ ਸਾਨੂੰ ਤੁਸੀਂ ਲਓ ਹਫਤੇ ਦੇ ਅੰਦਰ ਅੰਦਰ ਸੈਂਟਰਲ ਗੌਰਮੈਂਟ ਤੋਂ ਸਬਸਿਡੀ ਆ ਜਾਂਦੀ ਹੈ ਜੋ ਵੀ ਹੈ। ਬਾਕੀ ਸ਼ਹਿਰਾਂ ਦਾ ਅਸੀਂ ਨਹੀਂ ਕਹਿ ਸਕਦੇ, ਲੇਕਿਨ DIC ਸੰਗਰੂਰ ਜਿਹਦੀ ਮੈਂ ਗੱਲ ਕਰਦਾ ਅੰਨਾ ਸਪੋਰਟ ਹੈ, ਅੰਨੇ ਪ੍ਰੋਐਕਟਿਵ ਨੇ ਸਾਰੇ, ਕਿਸੇ ਕੰਮ ਨੂੰ ਪੈਂਡਿੰਗ ਨਹੀਂ ਰੱਖਦੇ। ਵੈਲਕਮ ਟੂ ਰੀਸੈਂਟ ਟਾਈਮਸ। ਮੈਂ ਮਾਮੂਨ ਰਸ਼ੀਦ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਹਰ ਵਾਰ ਸਾਡੇ ਚੈਨਲ ਦੇ ਉੱਪਰ ਕੋਈ ਨਾ ਕੋਈ ਐਜੂਕੇਟਿਵ ਔਰ ਇਨਫੋਰਮੇਟਿਵ ਵੀਡੀਓ ਲੈ ਕੇ ਆਉਂਦੇ ਹਾਂ। ਅੱਜ ਜਿਸ ਪਰਸਨੈਲਿਟੀ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ ਉਹ ਹਨ ਆਸ਼ੀਸ਼ ਗੋਇਲ ਜੀ, ਜੋ ਲੋਨ ਐਡਵਾਈਜ਼ਰ ਹੈ ਔਰ ਬਹੁਤ ਲੰਬਾ ਐਕਸਪੀਰੀਅੰਸ ਹੈ ਇਹਨਾਂ ਨੂੰ ਲੋਨਸ ਦੇ ਬਾਰੇ। ਕੱਲ੍ਹ ਅਸੀਂ ਪ੍ਰੀ ਇੰਟੀਮੇਸ਼ਨ ਦਿੱਤੀ ਸੀਗੀ ਕਿ 13 ਤਾਰੀਖ ਸ਼ਨੀਵਾਰ ਨੂੰ 7 ਵਜੇ ਇੱਕ ਵੀਡੀਓ ਅਪਲੋਡ ਕਰਾਂਗੇ। ਜੋ ਤੁਹਾਡੇ ਕੁਐਸਚਨ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਹੇ ਹਨ ਕਿਸੇ ਵੀ ਲੋਨ ਨੂੰ ਲੈ ਕੇ ਉਹਦੇ ਸੰਬੰਧ ਦੇ ਵਿੱਚ, ਪਰ ਸਪੈਸੀਫਿਕਲੀ ਜੋ ਹੈ ਅੱਜ ਅਸੀਂ ਗੱਲ ਕਰਾਂਗੇ ਐਜੂਕੇਸ਼ਨ ਲੋਨ ਦੇ ਉੱਪਰ ਔਰ ਇੱਕ ਇੰਡਸਟਰੀਅਲ ਲੋਨ ਹੈ ਉਹਦੇ 'ਤੇ ਗੱਲ ਕਰਾਂਗੇ। ਆਪਾਂ ਆਸ਼ੀਸ਼ ਜੀ ਤੋਂ ਪੁੱਛਾਂਗੇ ਔਰ ਇਹ ਪੂਰੀ ਜਾਣਕਾਰੀ ਸਾਡੇ ਜੋ ਵਿਊਅਰਸ ਹੈ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਆਓ ਆਪਾਂ ਇੰਟਰੋਡਿਊਸ ਕਰਾਉਣਾ ਸਭ ਤੋਂ ਪਹਿਲਾਂ ਤੁਹਾਨੂੰ ਆਸ਼ੀਸ਼ ਗੋਇਲ ਜੀ ਦੇ ਨਾਲ। ਆਸ਼ੀਸ਼ ਜੀ ਵੈਲਕਮ ਤੁਹਾਡਾ ਸਾਡੇ ਚੈਨਲ ਰੀਸੈਂਟ ਜੀ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਹੋ ਅੱਜ ਸਾਡੇ ਰੂਬਰੂ ਹੋਏ ਹੋ। ਹੋਰ ਜੋ ਅਸੀਂ ਸੇਵਾ ਕਰ ਸਕਦੇ ਹਾਂ ਤੁਹਾਡੇ ਵਿਊਅਰਸ ਦੀਆਂ ਜੋ ਜਾਣਕਾਰੀ ਉਹ ਲੈਣਾ ਚਾਹੁੰਦੇ ਨੇ ਐਜੂਕੇਸ਼ਨ ਲੋਨ ਬਾਰੇ ਅਤੇ ਸਬਸਿਡੀ ਇਨਸੈਂਟਿਵਸ ਬਾਰੇ ਜੋ ਪੰਜਾਬ ਗੌਰਮੈਂਟ ਜਾਂ ਸੈਂਟਰ ਗੌਰਮੈਂਟ ਪ੍ਰੋਵਾਈਡ ਕਰ ਰਹੀ ਹੈ ਇੰਡਸਟਰੀਅਲ ਅਦਾਰੇ ਨੂੰ, ਅਸੀਂ ਉਹਦੇ ਬਾਰੇ ਤੁਹਾਨੂੰ ਜੋ ਜਾਣਕਾਰੀ ਜੋ ਸਾਨੂੰ ਵੱਧ ਤੋਂ ਵੱਧ ਪਤਾ ਦੱਸ ਸਕਦੇ ਹਾਂ ਤੁਹਾਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜੀ। ਗੋਇਲ ਸਾਹਿਬ, ਅਪਰੋਕਸੀਮੇਟਲੀ ਤੁਸੀਂ ਲਾ ਕੇ ਚਲੋ ਅੱਜ ਦੇ ਦੌਰ ਦੇ ਵਿੱਚ ਕਰੋਨਾ ਤੋਂ ਬਾਅਦ ਕਾਫੀ ਇਸ ਪੈਂਡੇਮਿਕ ਤੋਂ ਬਾਅਦ ਲੋਕਾਂ ਨੂੰ ਜ਼ਰੂਰਤ ਪਈ ਹੈ ਲੋਨਸ ਦੀ। ਹਰੇਕ ਬੰਦੇ ਨੇ ਚਾਹਿਆ ਕਿ ਮੇਰਾ ਫਲੋ ਆਫ ਮਨੀ ਬਣੇ, ਲੇਕਿਨ ਲੋਕਾਂ ਨੂੰ ਕਈ ਵਾਰ ਇਹ ਨਹੀਂ ਪਤਾ ਹੁੰਦਾ ਕਿ ਉਹ ਲੋਨ ਕਿੱਥੋਂ ਅਵੇਲ ਕਰਨ, ਕਿਹੜੇ ਬੈਂਕ ਤੋਂ ਅਵੇਲ ਕਰਨ। ਡਿਸਕਸ਼ਨ ਤਾਂ ਕਾਫੀ ਲੰਬੀ ਹੈ ਪਰ ਸਪੈਸੀਫਿਕਲੀ ਅੱਜ 2 ਲੋਨਸ ਦੇ ਉੱਪਰ ਆਪਾਂ ਗੱਲ ਕਰਾਂਗੇ ਔਰ ਅੱਗੇ ਨੂੰ ਜਿਵੇਂ ਸਾਡੇ ਪਾਸ ਕੁਐਸਚਨ ਆਉਂਦੇ ਨੇ, ਸਾਡੇ ਪਾਸ ਰਿਕੁਐਸਟ ਆਉਂਦੀ ਸਾਡੇ ਵਿਊਅਰਸ ਦੀ, ਦੁਬਾਰਾ ਫਿਰ ਤੁਹਾਨੂੰ ਅਸੀਂ ਮਿਲਦੇ ਰਹਾਂਗੇ ਜੀ। ਸਰ ਅੱਜ ਥੋੜ੍ਹਾ ਐਜੂਕੇਸ਼ਨ ਲੋਨ ਦੇ ਬਾਰੇ ਪਹਿਲਾਂ ਦੱਸੋ ਕਿ ਜੋ ਬੱਚੇ ਫੋਰਨ ਜਾਂਦੇ ਹੈ, ਆਇਲਸ ਇੰਸਟੀਟਿਊਟ ਹੈ ਅਪਰੋਕਸੀਮੇਟਲੀ 70-80 ਆਇਲਸ ਇੰਸਟੀਟਿਊਟ ਆਪਣੇ ਸ਼ਹਿਰ 'ਚ ਖੁੱਲ੍ਹੇ ਹੋਏ ਆ ਅਤੇ ਇਸ ਤੋਂ ਇਲਾਵਾ ਸਰਾਊਂਡਿੰਗ ਏਰੀਆ ਦੇ ਵਿੱਚ ਬਹੁਤ ਹੈ ਔਰ ਉਹਦੇ ਵਿੱਚ ਹਰੇਕ ਬੰਦਾ ਅਫੋਰਡ ਨਹੀਂ ਕਰ ਪਾਉਂਦਾ ਬਾਹਰ ਜਾਣ ਵਾਸਤੇ ਜੋ ਵੀ ਕੀਮਤ ਲੱਗਦੀ ਹੈ। ਤਾਂ ਉਹਦੇ ਵਾਸਤੇ ਸਰ ਐਜੂਕੇਸ਼ਨ ਲੋਨ ਦਾ ਕੀ ਸਿਸਟਮ ਹੁੰਦਾ, ਕੀ ਡਾਕੂਮੈਂਟ ਲੱਗਦੇ ਨੇ, ਕਿੱਥੋਂ ਬੱਚਾ ਆਸਾਨੀ ਦੇ ਨਾਲ ਲੈ ਸਕਦਾ ਜੀ? ਬਹੁਤ ਸਿੰਪਲ ਪ੍ਰੋਸੈਸ ਹੈ ਐਜੂਕੇਸ਼ਨ ਲੋਨ ਦਾ, ਜ਼ਿਆਦਾ ਕੋਈ ਡਾਕੂਮੈਂਟੇਸ਼ਨ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ। ਸਿੰਪਲ ਜੇ 2 ਅਦਾਰੇ ਨੇ, ਤੁਸੀਂ ਬੇਸਿਕਲੀ 2 ਸ਼ਹਿਰਾਂ ਲਾ ਲਓ ਚਾਹੇ, ਇੱਕ ਬੇਸਿਸ ਹੈਗਾ +2 ਬੇਸ ਦੇ ਉੱਤੇ, ਇੱਕ ਬੇਸਿਸ ਹੈ ਗ੍ਰੈਜੂਏਸ਼ਨ ਜਾਂ ਮਾਸਟਰਸ ਦੇ ਬੇਸ ਦੇ ਉੱਤੇ, ਰਾਈਟ। ਪਹਿਲਾਂ ਮੈਂ ਡਿਸਕਸ ਕਰਦਾ +2 ਬੇਸਿਸ 'ਤੇ, ਰਾਈਟ। +2 ਬੇਸਿਸ ਦੇ ਵਿੱਚ ਜਦ ਵੀ ਅਸੀਂ ਨੇ ਲੋਨ ਕਰਾਉਣਾ ਹੈ ਪ੍ਰਾਈਵੇਟ ਇੰਸਟੀਟਿਊਸ਼ਨ ਤੋਂ, ਚਾਹੇ ਨੈਸ਼ਨਲਾਈਜ਼ ਬੈਂਕ ਤੋਂ ਜਾਂ ਪਬਲਿਕ ਅਦਾਰਾ ਜੋ ਮਰਜ਼ੀ ਕਰ ਲਓ ਤੁਸੀਂ, ਰਾਈਟ। ਉਹਦੇ ਵਿੱਚ ਸ਼ਹਿਰ ਹੈ ਕਿ ਸਾਨੂੰ ਕੋਈ ਨਾ ਕੋਈ ਪ੍ਰੋਪਰਟੀ ਦੇਣੀ ਪੈਂਦੀ ਹੈ ਲੋਨ ਲੈਣ ਦੇ ਲਈ। ਆਫਟਰ +2 ਦੀ ਸਪੈਸੀਫਿਕ ਮੈਂ ਗੱਲ ਕਰਦਾ, ਰਾਈਟ। ਡਾਕੂਮੈਂਟੇਸ਼ਨ ਕੀ ਰਿਕੁਆਇਰਡ ਨੇ +2 ਦੇ ਲਈ ਅਤੇ ਗ੍ਰੈਜੂਏਸ਼ਨ ਦੇ ਲਈ ਸੇਮ ਡਾਕੂਮੈਂਟੇਸ਼ਨ ਹੈ ਦੋਨੇ ਅਦਾਰਿਆਂ ਦੇ ਲਈ, ਲੇਕਿਨ ਗ੍ਰੈਜੂਏਸ਼ਨ ਤੋਂ ਬਾਅਦ ਸਾਨੂੰ ਪ੍ਰੋਪਰਟੀ ਦੀ ਕੋਈ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੁੰਦੀ। ਵਿਦਆਊਟ ਪ੍ਰੋਪਰਟੀ ਪੋਸੀਬਲ ਹੈ, ਰਾਈਟ। ਜੇ ਕੋਈ ਸਰਕਾਰੀ ਮੁਲਾਜ਼ਮ ਹੈ ਜਾਂ ਕੋਈ ਪ੍ਰਾਈਵੇਟ ਮੁਲਾਜ਼ਮ ਹੈ, ਜੇ ਉਹਦੀ ਤਨਖਾਹ ਖਾਤੇ ਦੇ ਵਿੱਚ 30,000 ਤੋਂ ਉੱਪਰ ਆਉਂਦੀ ਹੈ, ਰਾਈਟ, ਸਾਨੂੰ ਕੋਈ ਪ੍ਰੋਪਰਟੀ ਰਿਕੁਆਇਰਡ ਨਹੀਂ, ਆਰਾਮ ਨਾਲ ਵਿਦਆਊਟ ਪ੍ਰੋਪਰਟੀ ਉਹਨਾਂ ਦੀ ਫੰਡਿੰਗ ਹੋ ਸਕਦੀ ਹੈ। ਇਹਦੇ ਵਿੱਚ ਜਿਹੜੀ ਕਾਲਜ ਦੀ ਫੀਸ ਹੈ ਸਾਲ ਦੀ ਉਹ ਵੀ ਨਾਲ ਇੰਕਲੂਡ ਕਰਕੇ, ਨਾਲ ਜਿਸ ਤਰ੍ਹਾਂ ਕੈਨੇਡਾ ਲਈ GIC ਭਰਨੀ ਪੈਂਦੀ ਹੈ ਆਪਾਂ ਨੂੰ, ਉਹ ਵੀ ਨਾਲ ਇੰਕਲੂਡਿੰਗ। ਜੇ ਤੁਸੀਂ ਅੰਦਾਜ਼ਾ ਲਾਓ ਕਿ ਆਪਣਾ ਕੋਈ 10 ਲੱਖ ਦੀ ਫੰਡਿੰਗ ਹੈ ਤਕਰੀਬਨ ਲਾ ਕੇ, ਆਪਾਂ ਨੂੰ ਬੈਂਕ ਨੂੰ 2 ਲੱਖ ਰੁਪਏ ਆਪਣਾ ਕੰਟਰੀਬਿਊਟ ਕਰਨਾ ਪੈਂਦਾ ਹੈ, 8 ਲੱਖ ਰੁਪਇਆ ਬੈਂਕ ਆਪਣਾ ਲੋਨ ਪ੍ਰੋਵਾਈਡ ਕਰ ਦਿੰਦਾ ਹੈ, ਰਾਈਟ। ਇਹ ਮੈਂ ਗੱਲ ਕਰ ਰਿਹਾ ਵਿਦਆਊਟ ਪ੍ਰੋਪਰਟੀ ਫॉर ਗ੍ਰੈਜੂਏਸ਼ਨ ਪਰਪਸਿਸ। ਫॉर +2 ਪਰਪਸਿਸ ਸਾਨੂੰ ਪ੍ਰੋਪਰਟੀ ਦੇਣੀ ਹੀ ਪੈਂਦੀ ਹੈ, ਰਾਈਟ। ਕੋਈ ਵੀ ਪ੍ਰੋਪਰਟੀ ਜੇ 10 ਲੱਖ ਦਾ ਲੋਨ ਲੈਣਾ ਤਕਰੀਬਨ 15 ਲੱਖ ਦੀ ਪ੍ਰੋਪਰਟੀ ਨਾਲ ਆਪਣਾ ਸਰ ਸਕਦਾ ਹੈ ਆਰਾਮ ਨਾਲ, ਰਾਈਟ। ਇਟ ਕੈਨ ਵੀ ਕੋਈ ਪਲਾਟ ਵੀ ਹੋ ਸਕਦਾ ਹੈ, ਕੰਸਟਰਕਟਿਡ ਰੈਜ਼ੀਡੈਂਸ਼ੀਅਲ ਹਾਊਸ, ਕਮਰਸ਼ੀਅਲ ਪ੍ਰੋਪਰਟੀ ਪੋਸੀਬਿਲਿਟੀ ਹੈ, ਪਿੰਡ ਦੀ ਵੀ ਪ੍ਰੋਪਰਟੀ ਹੋ ਸਕਦੀ ਹੈ, ਮਕਾਨ ਹੋ ਸਕਦਾ ਹੈ, ਸ਼ਹਿਰ ਦੀ ਵੀ ਹੋ ਸਕਦੀ ਹੈ, ਜਿਸ ਤਰ੍ਹਾਂ ਮਰਜ਼ੀ ਪੋਸੀਬਲ ਹੈ। ਡਾਕੂਮੈਂਟੇਸ਼ਨ ਕੀ ਰਿਕੁਆਇਰਡ ਨੇ ਇਹਦੇ ਲਈ? ਬੱਚੇ ਦੀ 10th ਦੀ ਮਾਰਕਸ਼ੀਟ, +2 ਦੀ ਮਾਰਕਸ਼ੀਟ, ਗ੍ਰੈਜੂਏਸ਼ਨ ਦੇ ਸਰਟੀਫਿਕੇਟਸ, ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ, ਪੇਰੈਂਟਸ ਦੇ ਡਾਕੂਮੈਂਟਸ, KYC ਹੁੰਦੇ ਨੇ ਪੇਰੈਂਟਸ ਦੇ, ਪੈਨ, ਆਧਾਰ,
ਇਨਕਮ ਪ੍ਰੂਫਸ ਪੇਰੈਂਟਸ ਦੇ, ਕੀ ਕੰਮ ਕਾਰੋਬਾਰ ਕਰਦੇ ਨੇ, ਕੀ ਆਮਦਨ ਹੈ ਉਹਨਾਂ ਦੀ, ਆਮਦਨ ਇਨ ਕੈਸ਼ ਵੀ ਹੋ ਸਕਦੀ ਹੈ, ਬੈਂਕ ਰਾਹੀਂ ਵੀ ਹੋ ਸਕਦੀ ਹੈ, ਦੋਨੋਂ ਚੀਜ਼ਾਂ ਪੋਸੀਬਿਲਿਟੀਜ਼। ਕੇਸ ਟੂ ਕੇਸ ਜਿਹੜੀ ਸ਼ਰਤਾਂ ਨੇ ਵੈਰੀ ਕਰਦੀਆਂ ਨੇ, ਉਹ ਅਸੀਂ ਬੇਸਿਕ ਸਾਡੀ ਨੌਲੇਜ ਹੈ ਅਸੀਂ ਕਿਸ ਤਰ੍ਹਾਂ ਫਾਈਲ ਨੂੰ ਪ੍ਰੈਜ਼ੈਂਟ ਕਰਨਾ ਹੈ। ਇੱਕ ਪ੍ਰੈਜ਼ੈਂਟੇਸ਼ਨ ਦਾ ਕੰਮ ਹੈ। ਇੱਕ ਲੋਨ ਬੇਸਿਕਲੀ ਇਟਸ ਅ ਪ੍ਰੈਜ਼ੈਂਟੇਸ਼ਨ ਕਿ ਤੁਸੀਂ ਕਿਸ ਤਰ੍ਹਾਂ ਡਾਕੂਮੈਂਟ ਨੂੰ ਪ੍ਰੈਜ਼ੈਂਟ ਕਰਦੇ ਹੋ। ਫਾਈਲ ਨੂੰ ਜਿਸ ਤਰ੍ਹਾਂ ਸੈੱਟ ਕਰਕੇ ਵਧੀਆ ਤਰੀਕੇ ਨਾਲ ਦੇਵਾਂਗੇ, ਉਸ ਤਰ੍ਹਾਂ ਹੀ ਅਗਲੇ ਲੋਨ ਅਫਸਰ ਨੂੰ ਆਸਾਨੀ ਹੁੰਦੀ ਹੈ ਉਹਨੂੰ ਦੇਖਣ ਤੇ ਉਹਨੂੰ ਪ੍ਰੋਸੈਸ ਕਰਨ ਦੇ ਵਿੱਚ, ਰਾਈਟ। ਲੋਨ ਇਜ਼ ਬੇਸਿਕਲੀ ਪ੍ਰੈਜ਼ੈਂਟੇਸ਼ਨ ਆਫ ਡਾਕੂਮੈਂਟਸ, ਨਥਿੰਗ ਐਲਸ। ਅਸੀਂ ਕਿਉਂ ਇਹ 'ਚ ਕਾਮਯਾਬ ਹਾਂ? ਬਿਕੋਜ਼ ਸਾਨੂੰ ਨੌਲੇਜ ਹੈ, 2007 ਤੋਂ ਇਹੀ ਕੰਮ ਕਰਦੇ ਆ ਰਹੇ ਹਾਂ। ਜੇ ਮੈਂ ਕਿਸੇ ਹੋਰ ਨੂੰ ਕਹਿ ਦੇਵਾਂ ਜਾ ਕੇ ਭਾਈ ਆਪਣੀ ਫਾਈਲ ਸਬਮਿਟ ਕਰ ਦਿਓ, ਬੈਂਕ ਵਾਲਿਆਂ ਨੇ ਲਿਸਟ ਫੜਾ ਦੇਣੀ ਹੈ, ਉਹਨੂੰ ਇਹ ਨਹੀਂ ਪਤਾ ਉਹਨੂੰ ਕਿਸ ਤਰ੍ਹਾਂ ਸੈੱਟ ਕਰਕੇ ਕਾਗਜ਼ ਨੂੰ ਪ੍ਰੈਜ਼ੈਂਟ ਕਰਕੇ ਦੇਣਾ ਕਿ ਮੇਰਾ ਲੋਨ ਪ੍ਰੋਸੈਸ ਹੋ ਜਾਵੇ, ਰਾਈਟ। ਇੱਕ ਫਾਈਲ ਨੂੰ ਸੈਟਿੰਗ ਕਰਨਾ ਹੀ ਮੇਨ ਕੰਮ ਹੈ, ਤਰੀਕਾ ਹੈ ਜਿਸ ਨੂੰ ਆਪਾਂ ਫੋਲੋ ਕਰਕੇ ਚੱਲਦੇ ਹਾਂ। ਸਰ ਇੱਥੇ ਇੱਕ ਕੁਐਸਚਨ ਹੈ ਮੇਰਾ, ਤੁਸੀਂ ਕਿਹਾ ਵੀ 30,000 ਤੋਂ ਉੱਪਰ ਅਗਰ ਸੈਲਰੀ ਹੈ ਜਾਂ 30,000 ਸੈਲਰੀ ਹੈ ਅਕਾਊਂਟ ਦੇ ਵਿੱਚ ਆ ਰਹੀ ਹੈ, ਇਹ ਸਪੈਸੀਫਿਕਲੀ ਗਵਰਨਮੈਂਟ ਐਮਪਲਾਈਜ਼ ਵਾਸਤੇ ਹੈ ਜਾਂ ਮਤਲਬ ਕੋਈ ਪ੍ਰਾਈਵੇਟ ਐਮਪਲਾਈ ਹੈ ਜਿਹਦੀ ਸੈਲਰੀ 30-40,000 ਰੁਪਏ ਹੈ ਉਹਦੇ ਵਾਸਤੇ ਵੀ ਸੇਮ ਰੂਲ ਫੋਲੋ ਹੋਊਗਾ? ਦੋਨੋਂ ਵਾਸਤੇ ਸੇਮ ਹੀ ਰੂਲ ਹੈ। ਇੱਕ ਸ਼ਹਿਰ ਹੈ ਕਿਸ ਤਰ੍ਹਾਂ ਲੋਨ ਕੈਲਕੂਲੇਸ਼ਨ ਹੁੰਦੀ ਹੈ ਮੈਂ ਤੁਹਾਨੂੰ ਦੱਸਦਾ। ਜੇ ਆਪਣੀ 30,000 ਦੀ ਸੈਲਰੀ ਹੈ, ਰਾਈਟ, ਬੈਂਕ ਅਜ਼ਿਊਮ ਕਰਕੇ ਚੱਲਦਾ ਹੈ ਕਿ ਤੁਹਾਡਾ 40% ਹੈ ਘਰ ਖਰਚ, 60% ਤੁਸੀਂ ਕਿਸ਼ਤ ਭਰ ਸਕਦੇ ਹੋ, ਰਾਈਟ। ਜੇ ਮੈਂ ਲਾ ਕੇ ਚੱਲਦਾ 30,000 ਦਾ ਕਿੰਨਾ ਹੋਇਆ, 18,000 ਦੀ ਮੈਂ ਇੰਸਟਾਲਮੈਂਟ ਆਰਾਮ ਨਾਲ ਪੇ ਕਰ ਸਕਦਾ। ਜੇ ਮੈਂ ਬਾਹਰ ਜਾਣਾ, ਮੈਨੂੰ 15 ਲੱਖ ਦਾ ਲੋਨ ਰਿਕੁਆਇਰਡ ਰਹਿੰਦਾ ਨੋਰਮਲੀ ਅਮਾਊਂਟ। ਜੇ ਮੈਂ ਕੈਨੇਡਾ ਦੀ ਗੱਲ ਕਰਦਾ, 15 ਲੱਖ ਦੇ ਲੋਨ ਦੇ ਉੱਤੇ ਮੇਰੀ ਕਿਸ਼ਤ ਕਿੰਨੀ ਬੈਠੂਗੀ? 18,000 ਰੁਪਇਆ ਆਰਾਮ ਨਾਲ, ਰਾਈਟ। ਜੇ ਮੈਂ ਐਜੂਕੇਸ਼ਨ ਲੋਨ ਦੀ ਗੱਲ ਕਰਦਾ, ਲੈਂਦੇ ਹਾਂ, ਇਹਦੇ ਵਿੱਚ ਕੀ ਸਿਸਟਮ ਹੁੰਦਾ ਹੈ ਕਿ ਆਪਾਂ ਨੂੰ ਜਦ ਤੱਕ ਬੱਚੇ ਦੀ ਪੜ੍ਹਾਈ ਨਹੀਂ ਖਤਮ ਹੁੰਦੀ ਤਦ ਤੱਕ ਕਿਸ਼ਤ ਪੇ ਕਰਨ ਦੀ ਲੋੜ ਨਹੀਂ ਹੁੰਦੀ, ਰਾਈਟ। ਜਦ ਪੜ੍ਹਾਈ ਖਤਮ ਹੋ ਜਾਂਦੀ ਹੈ ਉਹ ਤੋਂ ਬਾਅਦ 6 ਮਹੀਨੇ ਦਾ ਸਮਾਂ ਮਿਲਦਾ ਆਪਾਂ ਨੂੰ ਕਿ ਆਪਣੀ ਜੌਬ ਲੱਗ ਜਾਵੇ, ਉਹ ਤੋਂ ਬਾਅਦ ਆਪਣੀ ਇੰਸਟਾਲਮੈਂਟ ਸਟਾਰਟ ਹੁੰਦੀ ਹੈ। ਮੇਰੀ ਰਿਕਮੈਂਡੇਸ਼ਨ ਪੇਰੈਂਟਸ ਹੋਈ ਹੈ, ਜੇ ਉਹ ਆਸਾਨੀ ਨਾਲ ਕਿਸ਼ਤ ਪੇ ਕਰ ਸਕਦੇ ਨੇ, ਸ਼ੁਰੂਆਤ ਤੋਂ ਇੰਸਟਾਲਮੈਂਟ ਦੇਣੀ ਸ਼ੁਰੂ ਕਰ ਦੇਣ ਆਪਣੀਆਂ। ਬਿਕੋਜ਼ ਸਮਾਂ ਮਾੜਾ ਕਿਸੇ ਦਾ ਵੀ ਆ ਸਕਦਾ ਹੈ, ਕਦੇ ਵੀ ਮੁਸ਼ਕਿਲ ਆ ਸਕਦੀ ਹੈ ਕਿ ਕਦੇ 3-4 ਮਹੀਨੇ ਅਸੀਂ ਕਿਸ਼ਤ ਨਹੀਂ ਪੇ ਕਰ ਸਕੇ ਤਾਂ ਬੈਂਕ ਆਪਾਂ ਨੂੰ ਸੱਦੂਗਾ ਨਹੀਂ ਕਿ ਭਾਈ ਤੁਸੀਂ ਟਾਈਮਲੀ ਪੇ ਨਹੀਂ ਕਰਦੇ। ਬਿਕੋਜ਼ ਐਜੂਕੇਸ਼ਨ ਲੋਨ ਦੇ ਵਿੱਚ ਆਪਾਂ ਨੂੰ ਜਿਹੜਾ ਮੋਰੇਟੋਰੀਅਮ ਪੀਰੀਅਡ ਹੈ 24 ਮਹੀਨੇ ਦਾ ਮਿਲਦਾ ਹੀ ਮਿਲਦਾ। ਮੋਰੇਟੋਰੀਅਮ ਮਤਲਬ ਪੀਰੀਅਡ ਕੀ ਮਤਲਬ ਕੀ ਹੁੰਦਾ ਕਿ ਆਪਾਂ ਨੂੰ 24 ਮਹੀਨੇ ਕਿਸ਼ਤ ਪੇ ਕਰਨ ਦੀ ਲੋੜ ਨਹੀਂ ਹੈਗੀ। ਜੇ ਆਪਾਂ ਐਡਵਾਂਸ ਹੀ ਕਿਸ਼ਤਾਂ ਪੇ ਕਰ ਦਾਂਗੇ, ਜੇ ਆਪਾਂ 6 ਮਹੀਨੇ ਕਿਸ਼ਤਾਂ ਹੋਰ ਵੀ ਨਾ ਪੇ ਕਰੀ, ਆਪਾਂ ਨੂੰ ਕੋਈ ਬੈਂਕ ਵਾਲਾ ਸੱਦਾ ਨਹੀਂ ਮਾਰੂਗਾ ਕਿ ਭਾਈ ਤੁਹਾਡੀ ਕਿਸ਼ਤ ਲੇਟ ਹੈ ਤੁਸੀਂ ਆ ਜਾਓ। ਅਤੇ ਆਪਾਂ ਜਿਹੜਾ ਵਿਆਜ ਹੈ ਐਜੂਕੇਸ਼ਨ ਲੋਨ ਦਾ ਮਹੀਨੇ ਦੇ ਮਹੀਨੇ ਦੇਣਾ ਹੀ ਦੇਣਾ। ਆਪਣੇ ਤੋਂ ਪਹਿਲਾਂ ਲਾਇਬਿਲਿਟੀ ਵਧਾਉਣੀ ਨਹੀਂ ਆਪਾਂ ਨੇ ਲੋਨ ਦੀ, ਕਿ ਆਪਣਾ ਮੂਲ ਉੱਥੇ ਦਾ ਉੱਥੇ ਹੀ ਰਵੇ। ਇੱਥੇ ਸਰ ਇੱਕ ਗੱਲ ਇੱਥੇ ਹੋਰ ਕਲੀਅਰ ਕਰੋ ਕਿ ਜੋ ਤੁਸੀਂ ਡਾਕੂਮੈਂਟਸ ਦੱਸ ਦਿੱਤੇ, ਸਾਰਾ ਕੁਝ ਦੱਸ ਦਿੱਤਾ ਹੈ, ਅਤੇ ਉਸ ਤੋਂ ਬਾਅਦ ਕੋਈ ਬੈਂਕ ਵੀ ਸਪੈਸੀਫਿਕਲੀ ਤੁਸੀਂ ਦੱਸ ਪਾਓਗੇ ਸਾਡੇ ਵਿਊਅਰਸ ਨੂੰ ਕਿ ਕਿੱਥੋਂ ਉਹਨਾਂ ਨੂੰ ਲੋਨ ਈਜ਼ੀਲੀ ਮਿਲ ਸਕਦਾ? ਦੇਖੋ, ਮੋਸਟਲੀ ਜਿਹੜੇ ਬੈਚਲਰਸ ਦੇ ਕੋਰਸਿਸ ਨੇ, ਡਿਗਰੀ ਕੋਰਸਿਸ ਨੇ, ਉਹ ਤਾਂ ਸਾਰੇ ਅਦਾਰੇ ਹੀ ਕਰਦੇ ਨੇ A to Z। ਜਿਹੜੇ ਡਿਪਲੋਮਾ ਕੋਰਸਿਸ ਨੇ, ਕੁਛ SDS ਕਾਲਜਿਸ ਜਿਹੜੇ ਰਜਿਸਟਰਡ ਨੇ, ਵੱਖਰੇ ਵੱਖਰੇ ਬੈਂਕਾਂ ਨਾਲ ਰਜਿਸਟਰਡ ਨੇ। ਇਸ ਕਰਕੇ ਸਾਨੂੰ ਨਾ ਆਫਰ ਲੈਟਰ 'ਤੇ ਡਿਪੈਂਡ ਕਰਦਾ ਹੈ ਕਿ ਅਸੀਂ ਜਿਹੜਾ ਕੇਸ ਹੈ ਕਿਹੜੇ ਬੈਂਕ 'ਚ ਪਾ ਸਕਦੇ ਹਾਂ। ਲਾਈਕ ਸੈਂਟਰਲ ਬੈਂਕ ਆਫ ਇੰਡੀਆ ਬਹੁਤ ਵਧੀਆ ਰਿਸਪੌਂਡ ਕਰਦਾ, ਰਾਈਟ। ਯੂਨੀਅਨ ਬੈਂਕ ਬਹੁਤ ਵਧੀਆ ਰਿਸਪੌਂਸ ਹੈ, ਸਟੇਟ ਬੈਂਕ ਆਫ ਇੰਡੀਆ ਦਾ ਬਹੁਤ ਵਧੀਆ ਰਿਸਪੌਂਸ ਹੈ, PNB ਦਾ ਬਹੁਤ ਵਧੀਆ ਰਿਸਪੌਂਸ ਹੈ ਕੇਸਿਸ ਦੇ ਵਿੱਚ। ਐਵਰੀਬਡੀ ਦੇਖੋ, ਬੈਂਕ ਬੈਠੇ ਨੇ, ਬੈਂਕ ਲੋਨ ਦੇਣ ਨਹੀਂ ਬੈਠੇ ਨੇ, ਬਿਕੋਜ਼ ਉਹਨਾਂ ਨੇ ਸਾਡੇ ਤੋਂ ਹੀ ਕਮਾਉਣਾ ਹੈ, ਰਾਈਟ। ਇਹੋ ਜਿਹਾ ਨਹੀਂ ਹੈਗਾ ਕਿ ਉਹਨਾਂ ਨੇ ਲੋਨ ਦੇਣਾ ਨਹੀਂ, ਉਹ ਲੋਨ ਨਹੀਂ ਦੇਣਗੇ, ਕਮਾਉਣਗੇ ਕਿੱਥੋਂ, ਤਨਖਾਹ ਕਿੱਥੋਂ ਵੰਡਣਗੇ, ਰਾਈਟ। FDR ਦਾ ਰੇਟ ਆਫ ਇੰਟਰਸਟ ਤਾਂ ਤੁਹਾਨੂੰ ਪਤਾ ਹੀ ਹੈ ਕਿੰਨਾ ਚੱਲਦਾ। ਲੋਨ ਦਾ ਇੰਟਰਸਟ ਵੱਧ ਹੈ, ਅਸੀਂ ਉਹਨਾਂ ਤੋਂ ਪੈਸੇ ਲੈਂਦੇ ਹਾਂ, ਉਹ ਤੋਂ ਕਮਾਈ ਕਰਦੇ ਨੇ, ਉਹਦੇ ਵਿੱਚੋਂ ਤਨਖਾਹ ਕਰਦੇ ਨੇ, ਉਹਦੇ ਵਿੱਚੋਂ ਅੱਗੇ ਪੇ ਕਰਦੇ ਨੇ। ਇੱਕ ਸਰਕੂਲੇਸ਼ਨ ਹੈ, ਇੱਕ ਚਰਨਿੰਗ ਹੈ ਚੀਜ਼ਾਂ ਦੀ, ਰਾਈਟ। ਹਰੇਕ ਬੈਂਕ ਲੋਨ ਕਰਨ ਨੂੰ ਤਿਆਰ ਹੈ, ਲੇਕਿਨ ਕੀ ਹੈ ਕਿ ਡਾਕੂਮੈਂਟੇਸ਼ਨ ਮੇਨ ਪ੍ਰਾਇਰਟੀ ਹੈ ਉਹਨਾਂ ਦੀ ਕਿ ਕਾਗਜ਼ ਕੰਪਲੀਟ ਹੋਣ। ਅਸੀਂ ਕੰਮ ਕਰਨ ਨੂੰ ਤਿਆਰ ਹਾਂ ਜੀ, ਅਸੀਂ ਮਨਾ ਕਿਹਨੂੰ ਕਰਨਾ ਜੀ। ਅੱਛਾ, ਇੱਕ ਸਰ ਹੁਣ ਗੱਲ ਕੀਤੀ ਸੀ ਆਪਾਂ ਸਬਸਿਡੀ ਵਾਲੇ ਲੋਨ ਦੀ। ਉਹ ਜੋ ਸਬਸਿਡੀ ਵਾਲਾ ਲੋਨ ਹੈ ਕੀ ਹੈ, ਕੀ ਪ੍ਰੋਸੈਸ ਹੈ, ਕਿਹਨਾਂ ਲੋਕਾਂ ਵਾਸਤੇ ਹੈ ਔਰ ਕਿਵੇਂ ਆਸਾਨੀ ਦੇ ਨਾਲ ਅਵੇਲ ਕਰਵਾ ਸਕਦਾ ਉਹ? ਸਬਸਿਡੀ ਲੋਨ ਬਹੁਤ ਸਿੰਪਲ ਪ੍ਰੋਸੈਸ, ਨਾਈਸ ਐਂਡ ਵੈਰੀ ਸਿੰਪਲ ਪ੍ਰੋਸੈਸ। ਐਂਡ ਮੈਂ ਤਾਂ ਇਸ ਕੰਮ ਦੇ ਵਿੱਚ ਬਹੁਤ ਪੁਰਾਣਾ ਗਿੱਝਿਆ ਹੋਇਆ, ਤੁਸੀਂ ਲਓ। ਮੈਂ ਕੀ ਇਸ ਬਾਰੇ ਦੱਸਾਂ। ਸੈਂਟਰਲ ਗੌਰਮੈਂਟ ਦੀ ਸਕੀਮ ਹੈ, ਪ੍ਰਾਈਮ ਮਿਨਿਸਟਰ ਇੰਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਸਕੀਮ ਦਾ ਨਾਮ ਹੈ। ਇਨ ਸ਼ਾਰਟ ਅਸੀਂ ਇਹਨੂੰ PMEGP ਕਹਿ ਦਿੰਦੇ ਹਾਂ ਜਾਂ KVIC ਕਹਿ ਦਿੰਦੇ ਹਾਂ, ਖਾਦੀ ਵਿਲੇਜ ਇੰਡਸਟਰੀਅਲ ਬੋਰਡ, ਰਾਈਟ। ਅਤੇ ਇਹਦੇ ਵਿੱਚ ਕੀ ਸਿਸਟਮ ਹੈ, ਤਕਰੀਬਨ 355 ਪ੍ਰੋਜੈਕਟ ਇਹ 'ਚ ਲਿਸਟਡ ਨੇ, 355 ਪ੍ਰੋਜੈਕਟਸ, ਦੈਟ ਆਰ ਹਿਊਜ ਅਮਾਊਂਟ ਆਫ ਪ੍ਰੋਜੈਕਟਸ, ਰਾਈਟ। ਐਂਡ ਤੁਸੀਂ ਲਓ, ਆਪਾਂ ਨੇ ਕੋਈ ਛੋਟੀ ਵਰਕਸ਼ਾਪ ਲਾਉਣੀ ਹੈ ਮਕੈਨੀਕਲ ਦੀ, ਆਪਾਂ ਨੇ ਕੋਈ ਗੱਡੀ ਧੁਆਉਣ ਦਾ ਕਾਰਖਾਨਾ ਲਾਉਣਾ ਹੈ, ਰਾਈਟ। ਕੋਈ ਆਪਾਂ ਨੇ ਕੰਪਿਊਟਰ ਸੈਂਟਰ ਖੋਲ੍ਹਣਾ ਹੈ, ਕੋਈ ਕਾਰਪੈਂਟਰੀ ਦਾ ਕੰਮ ਖੋਲ੍ਹਣਾ ਹੈ, ਰਾਈਟ। ਬੇਸਿਕਲੀ ਮੈਨੂਫੈਕਚਰਿੰਗ ਐਂਡ ਸਰਵਿਸ ਇੰਡਸਟਰੀ। ਟਰੇਡਿੰਗ ਇਹ 'ਚ ਕਵਰ ਨਹੀਂ ਹੁੰਦਾ। ਮੈਨੂਫੈਕਚਰਿੰਗ ਦਾ ਅਦਾਰਾ ਜੋ ਮਰਜ਼ੀ ਹੋ ਜਾਵੇ, ਸਰਵਿਸ ਸੈਕਟਰ ਦਾ ਅਦਾਰਾ ਜੋ ਮਰਜ਼ੀ ਹੋ, ਸਪੈਸੀਫਿਕ ਹੈਗੇ ਨੇ ਕਾਫੀ।
ਜ਼ਿਆਦਾਤਰ ਸਾਰੇ ਕਵਰ ਹੋ ਜਾਂਦੇ ਨੇ 99% ਐਵਰੀਥਿੰਗ ਇਜ਼ ਕਵਰਡ ਇਨ ਦਿਸ। ਇਹ 'ਚ ਕੀ ਹੈ ਕਿ ਜੇ ਆਪਾਂ ਕਰਦੇ ਹਾਂ ਪੇਂਡੂ ਇਲਾਕੇ 'ਚ ਕਾਰੋਬਾਰ, ਆਪਾਂ ਨੂੰ ਸਬਸਿਡੀ ਮਿਲਦੀ ਹੈ 35% ਦੀ। ਫੋਰ ਐਗਜ਼ਾਮਪਲ ਜੇ ਮੈਂ ਲਾ ਕੇ ਚੱਲਦਾ 25 ਲੱਖ ਦਾ ਟੋਟਲ ਪ੍ਰੋਜੈਕਟ ਕਾਸਟ ਹੈ, ਇਹਦੇ ਵਿੱਚ ਇੱਕ ਆਧਾਰਾ ਸੈੱਟ ਹੈ ਕਿ ਟੋਟਲ ਪ੍ਰੋਜੈਕਟ ਕਾਸਟ ਤੁਹਾਡੀ 25 ਲੱਖ ਹੋ ਸਕਦੀ ਹੈ। ਇਹਦੇ ਵਿੱਚ ਕਵਰ ਕੀ ਹੋ ਸਕਦਾ ਹੈ, ਬਿਲਡਿੰਗ ਦਾ ਪਾਰਟ, ਮਸ਼ੀਨਰੀ ਦਾ ਪਾਰਟ ਅਤੇ ਵਰਕਿੰਗ ਕੈਪੀਟਲ ਜਿਹੜੀ ਆਪਾਂ ਨੂੰ ਕੱਚੇ ਮਾਲ ਖਰੀਦਣ ਲਈ ਚਾਹੀਦੀ ਹੈ। ਜੇ 25 ਲੱਖ ਦਾ ਪ੍ਰੋਜੈਕਟ ਲਾਉਂਦੇ ਹਾਂ, ਆਪਾਂ ਨੂੰ 35% ਮਤਲਬ 8,75,000 ਦੀ ਸਰਕਾਰ ਸਬਸਿਡੀ ਦਿੰਦੀ ਹੈ ਇਹਦੇ ਵਿੱਚ, ਜਿਹਦੇ ਵਿੱਚ ਫੰਡਾ ਕੀ ਹੈ 25 ਲੱਖ ਮਗਰ 23,75,000 ਰੁਪਇਆ ਬੈਂਕ ਲੋਨ ਹੁੰਦਾ ਹੈ, 1,25,000 ਰੁਪਇਆ ਆਪਣੀ ਕੰਟਰੀਬਿਊਸ਼ਨ ਹੁੰਦੀ ਹੈ, ਅਸੀਂ ਆਪਣੇ ਪੈਸੇ ਪਾਣੇ ਹੁੰਦੇ ਨੇ। 23,75,000 'ਚ ਤੁਸੀਂ ਲਾ ਕੇ ਚੱਲੋ 8,75,000 ਸਬਸਿਡੀ ਦਾ ਨਿਕਲ ਗਿਆ। ਬਕਾਇਆ ਪੈਸਾ ਜੋ ਬਚਿਆ ਉਹ ਤੇ ਬੈਂਕਾਂ ਨੇ ਵਿਆਜ ਚਾਰਜ ਕਰਨਾ ਹੈ, ਰਾਈਟ। ਤਾਂ ਤੁਸੀਂ ਇਹ ਲਾਓ 8,75 ਤਾਂ ਮੁਫਤ ਦਾ ਹੀ ਹੋ ਗਿਆ ਨਾ। ਆਪਾਂ ਨੂੰ ਕਾਰੋਬਾਰ ਦੀ ਐਡਜਸਟਮੈਂਟ ਲਈ ਇੰਨਾ ਪੈਸਾ ਜੇ ਸਰਕਾਰ ਸੈਂਟਰ ਗਵਰਨਮੈਂਟ ਦੇ ਦੇਵੇ, ਇੱਕ ਤਰੀਕੇ ਦੀ ਆਪਣੀ ਪੂੰਜੀ ਬਚ ਗਈ, ਆਪਾਂ ਉਹੀ ਪੈਸਾ ਕੱਚੇ ਮਾਲ 'ਚ ਲਾ ਸਕਦੇ ਹਾਂ, ਵਧਾ ਸਕਦੇ ਹਾਂ। ਅਤੇ ਇੱਕ ਬੈਨੀਫਿਟ ਹੈ ਇੰਡਸਟਰੀ ਨੂੰ ਬਹੁਤ ਇਸ ਚੀਜ਼ ਦਾ। ਜੇ ਆਪਾਂ ਤੁਸੀਂ ਲਾਓ ਅਰਬਨ ਏਰੀਆ ਚਲਾਉਂਦੇ ਹਾਂ, ਅਰਬਨ ਏਰੀਆ 'ਚ ਦੋ ਕੈਟੇਗਰੀ ਬਣ ਰਹੀਆਂ ਜਾ ਜਾਂਦੀਆਂ ਨੇ, 15% ਅਤੇ 25%। ਇਟ ਡਿਪੈਂਡਸ ਅਪੋਨ ਦਾ ਕੈਟੇਗਰੀਜ਼। SC BC ਨੂੰ ਵੱਧ ਬੈਨੀਫਿਟਸ ਨੇ, ਜਨਰਲ ਕੈਟੇਗਰੀਜ਼ ਨੂੰ 15% ਦੇ ਬੈਨੀਫਿਟ ਮਿਲਦਾ ਪਿਆ। ਜੇ ਲੇਡੀਜ਼ ਨੂੰ ਆਪਾਂ ਕਰੀਏ, ਜਨਰਲ ਕੈਟੇਗਰੀਜ਼ ਦੀ ਲੇਡੀਜ਼ ਨੂੰ 25% ਦਾ ਬੈਨੀਫਿਟ ਮਿਲਦਾ ਪਿਆ। ਤੁਸੀਂ ਲਾਓ ਮੈਂ 2007 ਤੋਂ ਇਸ ਕੰਮ ਨੂੰ ਲੱਗਿਆ ਹੋਇਆ, ਅਤੇ DIC ਸੰਗਰੂਰ ਜੋ ਬਹੁਤ ਵਧੀਆ ਅਦਾਰੇ 'ਤੇ ਕੰਮ ਕਰ ਰਹੇ ਨੇ ਇਸ ਟਾਈਮ, ਜਿਹੜੇ ਆਪਣੇ GM ਨੇ ਸੁਬੋਧ ਜਿੰਦਲ ਜੀ, ਉਹਨਾਂ ਦਾ ਬਹੁਤ ਸਪੋਰਟ ਹੈ ਸਾਨੂੰ। ਹਿਤੇਸ਼ ਗੋਇਲ ਜੀ ਨੇ, ਸ਼ਾਹੀ ਜੀ ਨੇ ਇੱਥੇ, ਜੋ ਬਹੁਤ ਸਮਝਾਉਂਦੇ ਨੇ, ਸਾਨੂੰ ਗਾਈਡ ਕਰਦੇ ਰਹਿੰਦੇ ਨੇ, ਨਵੀਂ ਜੋ ਵੀ ਗਾਈਡਲਾਈਨਸ ਆ ਰਹੀਆਂ ਨੇ ਉਹਦੇ ਬਾਰੇ ਉਜਾਗਰ ਕਰਦੇ ਰਹਿੰਦੇ ਨੇ। ਇਹ ਤੋਂ ਵਧੀਆ ਸਕੀਮ ਕੋਈ ਹੋ ਨਹੀਂ ਸਕਦੀ ਕਿਸੇ ਇੰਡਸਟਰੀਅਲ ਅਦਾਰੇ ਦੇ ਲਈ। ਐਂਡ ਡਾਕੂਮੈਂਟੇਸ਼ਨ ਬਹੁਤ ਲਿਮਟਿਡ ਹੈ, ਪ੍ਰੋਜੈਕਟ ਰਿਪੋਰਟ ਸਬਮਿਟ ਕਰਨੀ ਹੈ, ਕੋਟੇਸ਼ਨਾਂ ਦੇਣੀਆਂ ਨੇ, ਬਾਕੀ KYC ਤਾਂ ਸਾਰੇ ਹੈਗੇ ਹੀ ਹੁੰਦੇ ਨੇ, ਉਹ ਤਾਂ ਸਭ ਦੇ ਕੋਲ ਨੇ, ਪੈਨ ਆਧਾਰ ਤਾਂ ਸਭ ਦੇ ਕੋਲ ਹੈ ਹੀ ਹੈ। ਐਂਡ ਵਨ ਆਫ ਦਾ ਬੈਸਟ ਸਕੀਮਸ ਵਾਟ ਸੈਂਟਰਲ ਗਵਰਨਮੈਂਟ ਇਜ਼ ਗਿਵਿੰਗ ਟੂ ਆਲ ਓਵਰ ਇੰਡੀਆ, ਸੇਮ ਐਪਲੀਕੇਬਲ ਹੈ। ਕੋਈ ਇਹ ਨਹੀਂ ਪੰਜਾਬ ਲਈ ਕੋਈ ਡਿਫਰੈਂਟ ਕੈਟੇਗਰੀ ਹੈ, ਆਲ ਇਨ ਦਿਸ ਸਕੀਮ ਇਜ਼ ਐਪਲੀਕੇਬਲ। ਸਰਵਿਸ ਅਦਾਰੇ ਦੀ ਮੈਂ ਗੱਲ ਕਰਾਂ, ਜੇ ਪੇਂਡੂ ਇਲਾਕੇ 'ਚ ਆਪਾਂ 10 ਲੱਖ ਤੱਕ ਦਾ ਮੈਕਸੀਮਮ ਦਾ ਕੋਈ ਪ੍ਰੋਜੈਕਟ ਕਰਦੇ ਹਾਂ, ਉਹਦੇ ਵਿੱਚ 3.5 ਲੱਖ ਰੁਪਏ ਦੀ ਸਬਸਿਡੀ ਮਿਲਦੀ ਹੈ। ਤੁਸੀਂ ਇਹ ਲਾਓ 3.5 ਲੱਖ ਦੀ ਸਬਸਿਡੀ ਮਿਲ ਜਾਂਦੀ ਹੈ। 10 ਲੱਖ ਦਾ ਆਪਾਂ ਨੇ ਕਾਰੋਬਾਰ ਕਰਨਾ ਹੈ, ਇਹ ਤੋਂ ਵਧੀਆ ਕੀ ਹੋ ਸਕਦਾ ਸਰਕਾਰ ਵੱਲੋਂ ਇਨੀਸ਼ੀਏਟਿਵ। ਅਤੇ ਬਹੁਤ ਵਧੀਆ ਪੱਧਰ 'ਤੇ ਕੰਮ ਹੋ ਰਿਹਾ ਹੈ। ਐਂਡ ਬੈਂਕ ਵੱਲੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ। ਇਹ ਪ੍ਰੋਜੈਕਟ ਦਾ ਸਿਸਟਮ ਕੀ ਹੈ ਸ਼ੁਰੂਆਤ ਕਰਨ ਦਾ, ਪਹਿਲਾਂ ਸਾਨੂੰ ਇਨ ਡਾਕੂਮੈਂਟੇਸ਼ਨ ਇਕੱਠੀ ਕਰਕੇ ਇੱਕ ਬਕਾਇਦਾ ਲਿਸਟ ਹੈ ਇਹਦੀ, ਜੋ ਵੀ ਸਾਡੇ ਨਾਲ ਸੰਪਰਕ ਕਰੂਗਾ ਅਸੀਂ ਉਹਨਾਂ ਨੂੰ ਲਿਸਟ ਪ੍ਰੋਵਾਈਡ ਕਰਾਂਗੇ। ਉਹ ਡਾਕੂਮੈਂਟੇਸ਼ਨ ਲਿਸਟ ਕਰਕੇ ਸਾਨੂੰ ਕੇਸ ਆਨਲਾਈਨ ਸਬਮਿਟ ਕਰਨਾ ਪੈਂਦਾ। ਉਹ ਕੇਸ DIC ਡਿਪਾਰਟਮੈਂਟ ਕੋਲ ਅਪਰੂਵਲ ਲਈ ਜਾਂਦਾ ਹੈ। DIC ਡਿਪਾਰਟਮੈਂਟ ਮੈਕਸਿਮਮ 4 to 5 ਵਰਕਿੰਗ ਡੇਜ਼ ਲੈਂਦਾ ਇਹਨੂੰ ਅਪਰੂਵਲ ਦੇ ਲਈ। ਉਹਨਾਂ ਦਾ ਵੈਸੇ ਦਾ ਦਾਇਰਾ ਤਾਂ ਹੈਗਾ 30 ਦਿਨਾਂ ਦਾ, ਲੇਕਿਨ ਉਹ ਫਾਸਟ ਪ੍ਰੋਸੈਸ ਇੰਨਾ ਹੈਗਾ, ਆਨਲਾਈਨ ਹੈ ਸਾਰਾ ਕੁਝ, 4 ਤੋਂ 5 ਦਿਨਾਂ ਦੇ ਵਿੱਚ ਉਹ ਅਪਰੂਵ ਕਰ ਦਿੰਦੇ ਨੇ। ਉਹ ਤੋਂ ਬਾਅਦ ਅਪਰੂਵਲ ਤੋਂ ਬਾਅਦ ਇਹ ਕੇਸ ਚਲਾ ਜਾਂਦਾ ਬੈਂਕ ਦੇ ਕੋਲ। ਬੈਂਕ ਯੂਨਿਟ ਵਿਜ਼ਿਟ ਕਰਕੇ ਡਾਕੂਮੈਂਟੇਸ਼ਨ ਚੈੱਕ ਕਰਕੇ ਪ੍ਰੀ ਸੈਂਕਸ਼ਨ ਲੈਟਰ ਇਸ਼ੂ ਕਰਦਾ ਕਿ ਅਸੀਂ ਵਿਜ਼ਿਟ ਕਰ ਲਿਆ, ਸਾਨੂੰ ਇਹ ਠੀਕ ਲੱਗਿਆ, ਜੇ ਇਹ ਸ਼ਰਤਾਂ ਸਾਡੀਆਂ ਪੂਰੀਆਂ ਕਰਨਗੇ ਅਸੀਂ ਇਹਨੂੰ ਲੋਨ ਕਰਨ ਨੂੰ ਤਿਆਰ ਹਾਂ, ਰਾਈਟ। ਅਸੀਂ ਉਹ ਤੋਂ ਬਾਅਦ ਉਹਨਾਂ ਦੀ ਬੈਂਕ ਦੀਆਂ ਸ਼ਰਤਾਂ, ਲੀਗਲ ਡਾਕੂਮੈਂਟੇਸ਼ਨ ਕੰਪਲੀਟ ਕਰਦੇ ਹਾਂ। ਬੈਂਕ ਸਾਨੂੰ ਇੱਕ ਸੈਂਕਸ਼ਨ ਲੈਟਰ ਇਸ਼ੂ ਕਰਦਾ ਹੈ। ਸੈਂਕਸ਼ਨ ਲੈਟਰ ਇਸ਼ੂ ਕਰਨ ਤੋਂ ਬਾਅਦ ਇਹਦੀ ਇੱਕ 15 ਦਿਨ ਦੀ ਟ੍ਰੇਨਿੰਗ ਹੁੰਦੀ ਹੈ। ਉਹ ਟ੍ਰੇਨਿੰਗ ਆਫਲਾਈਨ ਵੀ ਲੈ ਸਕਦੇ ਹਾਂ, ਆਪਾਂ ਆਨਲਾਈਨ ਵੀ ਲੈ ਸਕਦੇ ਹਾਂ। ਉਸ ਆਫਲਾਈਨ ਅਤੇ ਆਨਲਾਈਨ ਟ੍ਰੇਨਿੰਗ ਦੇ ਵਿੱਚ ਕੀ ਹੈ, ਅਸੀਂ ਜਿਸ ਦਿਨ ਟ੍ਰੇਨਿੰਗ ਕਰਦੇ ਹਾਂ ਉਹ ਤੋਂ ਬਾਅਦ ਸਾਨੂੰ ਇੱਕ ਉਹਦਾ ਸੇਮ ਡੇ ਪੇਪਰ ਕਲੀਅਰ ਕਰਨਾ ਪੈਂਦਾ, ਰਾਈਟ। ਜਿਹੜਾ ਕੈਂਡੀਡੇਟ ਹੈ ਖੁਦ ਹੀ ਟ੍ਰੇਨਿੰਗ ਕਰਦਾ ਹੈ, ਖੁਦ ਹੀ ਪੇਪਰ ਕਲੀਅਰ ਕਰਦਾ ਹੈ। ਸਿੰਪਲ ਪ੍ਰੋਸੈਸ ਕੀ ਆਪਾਂ ਦਿੰਦੇ, ਉਹ ਤੁਹਾਨੂੰ ਦੱਸਦੇ ਨੇ ਤੁਸੀਂ ਕਾਰੋਬਾਰ ਕਿਸ ਤਰ੍ਹਾਂ ਕਰਨਾ, ਮੈਨੇਜਮੈਂਟ ਕਿਸ ਤਰ੍ਹਾਂ ਕਰਨੀ ਹੈ, ਕਿ ਹਿੰਦੁਸਤਾਨ 'ਚ ਕਿਹੜੇ ਕਾਰੋਬਾਰ ਨੇ, ਕਿਸ ਤਰ੍ਹਾਂ ਕੰਮ ਚੱਲਦਾ ਆ ਰਿਹਾ। ਇੱਕ ਬਰੀਫ ਹੈ, ਇੱਕ ਨੌਲੇਜ ਥੋੜ੍ਹੀ ਵਧਾਉਣ ਦੇ ਲਈ, ਹੋਰ ਕੁਛ ਨਹੀਂ ਹੈ। ਇਹ ਬਹੁਤ ਸਿੰਪਲ ਪ੍ਰੋਸੈਸ ਹੈ। ਟ੍ਰੇਨਿੰਗ ਦਿੰਦੇ ਹਾਂ, ਸਰਟੀਫਿਕੇਟ ਮਿਲਦਾ ਉੱਥੋਂ ਟ੍ਰੇਨਿੰਗ ਦਾ, ਉਹ ਅਸੀਂ ਬੈਂਕ ਨੂੰ ਸਬਮਿਟ ਕਰਦੇ ਹਾਂ। ਬੈਂਕ ਲੋਨ ਸੈਂਕਸ਼ਨ ਕਰ ਦਿੰਦਾ ਹੈ, ਜਿਹਨੂੰ ਪੇਮੈਂਟ ਜਿੱਧਰ ਪਾਣੀ ਉੱਧਰ ਪਾ ਦਿੰਦਾ ਹੈ। ਉਹ ਤੋਂ ਬਾਅਦ ਵਿਦਿਨ, ਸਾਡਾ ਇੱਥੇ ਦਾ ਮਲੇਰਕੋਟਲਾ ਐਕਸਪੀਰੀਅੰਸ ਤਾਂ ਬਹੁਤ ਵਧੀਆ ਹੈ ਕਿ ਸਾਨੂੰ ਤੁਸੀਂ ਲਾਓ ਹਫਤੇ ਦੇ ਅੰਦਰ ਸੈਂਟਰਲ ਗਵਰਨਮੈਂਟ ਤੋਂ ਸਬਸਿਡੀ ਆ ਜਾਂਦੀ ਹੈ, ਜੋ ਵੀ ਹੈ। ਬਾਕੀ ਸ਼ਹਿਰਾਂ ਦਾ ਅਸੀਂ ਨਹੀਂ ਕਹਿ ਸਕਦੇ, ਲੇਕਿਨ DIC ਸੰਗਰੂਰ ਜਿਹਦੀ ਮੈਂ ਗੱਲ ਕਰਦਾ, ਅੰਨਾ ਸਪੋਰਟ ਹੈ, ਅੰਨੇ ਪ੍ਰੋਐਕਟਿਵ ਨੇ ਸਾਰੇ, ਕਿ ਕਿਸੇ ਕੰਮ ਨੂੰ ਪੈਂਡਿੰਗ ਨਹੀਂ ਰੱਖਦੇ। ਸਰ ਮੈਨੂੰ ਇੱਕ ਗੱਲ ਦੱਸੋ, ਅਗਰ ਕਿਸੇ ਬੰਦੇ ਨੇ, ਕਿਸੇ ਸਾਡੇ ਵਿਊਅਰ ਨੇ ਕੋਈ ਤੁਹਾਡੀ ਸਰਵਿਸ ਅਵੇਲ ਕਰਨੀ ਹੋਵੇ, ਥੋੜ੍ਹਾ ਜਿਹਾ ਆਪਣਾ ਦੱਸੋ ਕਿੱਥੇ ਮਿਲ ਸਕਦੇ ਨੇ ਤੁਹਾਨੂੰ ਉਹ? ਸਾਡਾ ਆਫਿਸ ਹੈਗਾ ਸੋਮਸਨਸ ਕਲੋਨੀ ਮਲੇਰਕੋਟਲਾ ਦੇ ਵਿੱਚ, ਰਾਈਟ। ਅਸੀਂ 9 ਤੋਂ 8 ਵਜੇ ਤੱਕ ਅਵੇਲੇਬਲ ਹਾਂ ਆਫਿਸ ਦੇ ਵਿੱਚ, ਜਦ ਮਰਜ਼ੀ ਮਿਲ ਸਕਦੇ ਹਾਂ। ਸਾਡੀ ਇੱਕ ਪੂਰੀ ਟੀਮ ਹੈ ਜੋ ਇਸ ਕੰਮ ਨੂੰ ਦੇਖਦੀ ਹੈ। ਵੀ ਆਰ 4 to 5 ਮੈਂਬਰਸ ਹੂ ਆਰ ਲੁਕਿੰਗ ਆਫਟਰ ਦਿਸ। ਮਿਸਟਰ ਪੁਨੀਤ ਕਸ਼ਪ ਜੀ ਨੇ, ਰਾਈਟ, ਸਾਡੇ ਮਿਸ਼ਰਾ ਜੀ ਨੇ ਸਾਡੇ ਨਾਲ, CA ਹਿਮਾਂਸ਼ੂ ਜੈਨ ਹੈ, ਯੋਗੇਸ਼ ਮਖੀਜਾ ਜੀ ਨੇ।
we are bunch of team, because only one person cannot contribute all this, right? It's a team work, total team work ਨਾਲ ਚੱਲਦੇ ਹਾਂ, ਜਿਹਦੇ ਨਾਲ ਕੀ ਹੈ ਸਾਡਾ ਕੰਮ ਵੇ ਆਫ ਵਰਕਿੰਗ ਆਸਾਨ ਹੋ ਜਾਂਦਾ ਹੈ। ਬਿਕੋਜ਼ ਅਗਰ ਸਿੰਗਲ ਬੰਦੇ 'ਤੇ ਹੀ ਸਾਰੀ ਕੰਸਟਰੇਸ਼ਨ ਰਵੇ, ਉਹ ਇੰਨਾ ਕੰਮ ਕਰ ਵੀ ਨਹੀਂ ਸਕਦਾ, ਐਫੀਸ਼ੀਐਂਸੀ ਕੰਮ ਦੀ ਘਟਦੀ ਹੈ। ਅਸੀਂ ਕੰਮ ਵੰਡ ਕੇ ਕਰਦੇ ਹਾਂ ਅਤੇ ਬਹੁਤ ਵਧੀਆ ਰਿਜ਼ਲਟਸ ਨੇ ਜੀ। ਆਸ਼ੀਸ਼ ਜੀ, ਟਾਈਮ ਦਿੱਤਾ ਤੁਸੀਂ, ਬਹੁਤ ਬਹੁਤ ਸ਼ੁਕਰੀਆ ਔਰ ਧੰਨਵਾਦ ਕਰੂੰਗਾ। ਇਸ ਤੋਂ ਪਹਿਲਾਂ ਕਿ ਮੈਂ ਕਨਕਲੂਡ ਕਰਾਂ, ਮੈਂ ਇੱਕ ਅਪੀਲ ਲਊਂਗਾ ਐਂਡ ਦੇ ਵਿੱਚ, ਹਰੇਕ ਵੀਡੀਓ ਦੇ ਐਂਡ ਦੇ ਵਿੱਚ ਮੈਂ ਇੱਕ ਅਪੀਲ ਲੈਂਦਾ। ਜੋ ਸਪੀਕਰ ਹੈ ਪਬਲਿਕ ਵਾਸਤੇ ਇੱਕ ਅਪੀਲ ਕਰਦਾ, ਤੁਹਾਡੀ ਅਪੀਲ ਕੀ ਹੋਊਗੀ? ਮੇਰੀ ਅਪੀਲ ਤਾਂ ਇਹ ਹੈ, ਜਿਹੜੇ ਆਪਣੇ ਕਾਨੂੰਨ ਨੇ ਉਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਫਾਰਮਰਸ ਦੇ, ਰਾਈਟ? ਜਿਹੜਾ ਮਤਲਬ ਬੰਦਿਆਂ ਦੇ ਹੱਕ ਲਈ ਕੰਮ ਹੋਣਾ ਚਾਹੀਦਾ। ਐਂਡ ਮੋਰ ਓਵਰ ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦਾ, ਜਦ ਵੀ ਕੋਈ ਸਿਆਸੀ ਗੌਰਮੈਂਟ ਆਉਂਦੀ ਹੈ, ਸਭ ਤੋਂ ਪਹਿਲਾਂ ਫਾਰਮਰਸ ਨੂੰ ਲੁਭਾਉਣ ਦੇ ਲਈ ਇੱਕੋ ਗੱਲ ਕਹਿੰਦੀ ਹੈ ਕਿ ਮੈਂ ਲੋਨ ਵੇਵ ਆਫ ਕਰਾਂਗੀ। ਮੈਂ ਦੇਖਦਾ ਪਿਆ, ਮੈਂ ਤਾਂ ਲੋਨ ਦੇ ਕਾਰੋਬਾਰ ਦੇ ਵਿੱਚ ਹਾਂ, ਕਿ ਸਾਰੇ ਜਿਹੜੇ ਫਾਰਮਰਸ ਨੇ ਉਹਨਾਂ ਗੱਲਾਂ 'ਚ ਆ ਜਾਂਦੇ ਨੇ, ਸਾਰਿਆਂ ਨੂੰ ਉਹ ਬੈਨੀਫਿਟ ਨਹੀਂ ਮਿਲਦਾ, ਰਾਈਟ? ਉਹ ਗੱਲਾਂ 'ਚ ਆ ਕੇ ਆਪਣਾ ਲੋਨ ਜਮ੍ਹਾਂ ਨਹੀਂ ਕਰਾਉਂਦੇ ਅਤੇ ਆਪਣਾ ਸਿਬਲ ਖਰਾਬ ਕਰ ਲੈਂਦੇ ਨੇ। ਮੈਂ ਵੀਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਜਦ ਅਗਲੇ ਬਾਅਦ ਉਹਨਾਂ ਸਮਾਂ ਹੋਵੇ ਅਤੇ ਇਸ ਸਿਬਲ ਦੇ ਟੌਪਿਕ ਬਾਰੇ ਜ਼ਰੂਰ ਜਾਗਰੂਕ ਕਰਨ ਲੋਕਾਂ ਨੂੰ, ਕਿ ਜਿਹੜਾ ਬੰਦੇ ਨੇ ਜਿਹੜਾ ਆਪਣਾ ਲੋਨ ਹੈ ਉਹ ਤਾਂ ਰੈਗੂਲਰ ਬੰਦਾ ਪੇ ਕਰਨਾ ਹੀ ਚਾਹੀਦਾ। ਬਿਕੋਜ਼ ਜੇ ਆਪਾਂ ਲੋਨ ਰੈਗੂਲਰ ਨਹੀਂ ਪੇ ਕਰਾਂਗੇ, ਆਪਣਾ ਸਿਬਲ ਖਰਾਬ ਹੋਊਗਾ ਹੀ ਹੋਊਗਾ। ਅਤੇ ਆਪਾਂ ਨੂੰ ਸਰਕਾਰ ਤੋਂ ਜੇ ਬੈਨੀਫਿਟਸ ਲੈਣੇ ਨੇ, ਉਹ ਤਾਂ ਸਰਕਾਰ ਨੇ ਜਿਹਨੂੰ ਦੇਣੇ ਨੇ ਦੇ ਹੀ ਦੇਣੇ ਨੇ, ਸਭ ਨੂੰ ਤਾਂ ਬੈਨੀਫਿਟਸ ਮਿਲ ਵੀ ਨਹੀਂ ਪਾਉਂਦੇ ਜੀ, ਰਾਈਟ? ਅਤੇ ਆਪਾਂ ਜਾਗਰੂਕ ਰੱਖੀਏ ਅਤੇ ਲੋਕਾਂ ਦੀ ਮਦਦ ਕਰੀਏ। ਜਦ ਮਰਜ਼ੀ ਕੋਈ ਵੀ ਸਾਡੀ ਮਦਦ ਲੈਣਾ ਚਾਹੁੰਦਾ ਹੈ, ਅਸੀਂ ਤਿਆਰ ਹਾਂ, ਅਸੀਂ ਉੱਥੇ ਹੀ ਖੜ੍ਹੇ ਹਾਂ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਤੁਹਾਡਾ ਕਿ ਤੁਸੀਂ ਸਾਡੇ ਵਿਊਅਰਸ ਵਾਸਤੇ ਇੰਨਾ ਸਮਾਂ ਕੱਢਿਆ। ਥੈਂਕ ਯੂ ਵੈਰੀ ਮੱਚ ਜੀ। ਥੈਂਕ ਯੂ, ਨਮਸਕਾਰ। ਆਪਾਂ ਗੱਲ ਕਰ ਰਹੇ ਸੀ ਜੋ ਲੋਨ ਐਕਸਪਰਟ ਹੈ ਆਸ਼ੀਸ਼ ਗੋਇਲ ਜੀ, ਔਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਸੋਮਸਨ ਕਲੋਨੀ ਇੱਥੇ ਮਲੇਰਕੋਟਲਾ ਦੇ ਵਿੱਚ ਇਹਨਾਂ ਦਾ ਆਫਿਸ ਹੈ, ਔਰ ਟੀਮ ਦੀ ਗੱਲ ਕੀਤੀ ਹੈ, ਲੋਨਸ ਦੀ ਗੱਲ ਕੀਤੀ ਹੈ, ਸਕੀਮਸ ਦੀ ਗੱਲ ਕੀਤੀ ਹੈ, ਔਰ ਬਹੁਤ ਅੱਛੇ ਮਤਲਬ ਜੋ ਇਨਫੋਰਮੇਸ਼ਨ ਹੈ, ਮੈਂ ਸੋਚ ਰਿਹਾ ਜੋ ਇਨਪੁਟਸ ਇਹਨਾਂ ਦੀ ਤਰਫ ਤੋਂ ਆਏ ਹੈ ਸਾਡੇ ਵਿਊਅਰਸ ਵਾਸਤੇ, ਔਰ ਬਹੁਤ ਅੱਛੇ ਇਨਪੁਟਸ ਹੈ। ਤੁਸੀਂ ਅਗਰ ਬੈਨੀਫਿਟ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਪੂਰਾ ਐਡਰੈਸ, ਇਹਨਾਂ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਸ ਵੀਡੀਓ ਦੇ ਅਸੀਂ ਦੇਵਾਂਗੇ। ਤੁਸੀਂ ਇਹਨਾਂ ਦੇ ਪਾਸ ਆਓ, ਇਹਨਾਂ ਤੋਂ ਹੈਲਪ ਲੈ ਕੇ ਜੋ ਵੀ ਲੋਨ ਸੰਬੰਧੀ ਕੋਈ ਵੀ ਮਤਲਬ ਇਨਫੋਰਮੇਸ਼ਨ ਹੈ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਤੋਂ ਇਨਫੋਰਮੇਸ਼ਨ ਲਵੋ। ਇਹ ਅਵੇਲੇਬਲ ਨੇ ਸਵੇਰੇ 9 ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ। ਔਰ ਇਨ ਦਾ ਐਂਡ ਇੱਕ ਰਿਕੁਐਸਟ ਹੈ ਕਿ ਅੱਛੀ ਇਨਫੋਰਮੇਸ਼ਨ ਹੈ ਜ਼ਿਆਦਾ ਤੋਂ ਜ਼ਿਆਦਾ ਫਲੋਟ ਕਰ ਦਿਓ। ਕੀਪ ਵਾਚਿੰਗ ਰੀਸੈਂਟ ਟਾਈਮਸ। ਥੈਂਕ ਯੂ।